ਓਮ ਸ਼ਾਂਤੀ। ਅੱਜ ਸੁਣਦੇ ਹਾਂ 25 ਅਕਤੂਬਰ 2023 ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ, ਤੁਸੀਂ ਬੇਹੱਦ ਦੇ ਬਾਪ ਨੂੰ ਯਾਦ ਕਰੋ। ਇਸ ਵਿੱਚ ਗਿਆਨ, ਭਗਤੀ, ਵੈਰਾਗ ਤਿੰਨੋਂ ਸਮਾਇਆ ਹੋਇਆ ਹੈ। ਇਹ ਹੈ ਨਵੀਂ ਪੜ੍ਹਾਈ। ਪ੍ਰਸ਼ਨ ਹੈ, ਸੰਗਮ ਤੇ ਗਿਆਨ ਤੇ ਯੋਗ ਦੇ ਨਾਲ ਨਾਲ ਭਗਤੀ ਵੀ ਚਲਦੀ ਹੈ, ਕਿਵੇਂ? ਸੰਗਮ ਤੇ ਗਿਆਨ ਤੇ ਯੋਗ ਦੇ ਨਾਲ ਨਾਲ ਭਗਤੀ ਵੀ ਚਲਦੀ ਹੈ, ਕਿਵੇਂ? ਉੱਤਰ, ਵਾਸਤਵ ਵਿੱਚ ਗਿਆਨ ਤੇ ਯੋਗ ਦੇ ਨਾਲ ਨਾਲ ਭਗਤੀ ਯੋਗ ਨੂੰ ਕਹਿ ਸਕਦੇ ਹੋ, ਕਿਉਂਕਿ ਤੁਸੀਂ ਬੱਚੇ ਅਵਿਅਭਿਚਾਰੀ ਯਾਦ ਵਿੱਚ ਰਹਿੰਦੇ ਹੋ। ਤੁਹਾਡੀ ਇਹ ਯਾਦ ਗਿਆਨ ਸਹਿਤ ਹੈ, ਇਸ ਲਈ ਇਸ ਨੂੰ ਯੋਗ ਕਿਹਾ ਗਿਆ ਹੈ। ਦੁਆਪਰ ਤੋਂ ਸਿਰਫ ਭਗਤੀ ਹੁੰਦੀ, ਗਿਆਨ ਨਹੀਂ ਹੁੰਦਾ। ਇਸ ਲਈ ਉਸ ਭਗਤੀ ਨੂੰ ਯੋਗ ਨਹੀਂ ਕਿਹਾ ਜਾਂਦਾ। ਉਸ ਵਿੱਚ ਕੋਈ ਏਵ ਆਬਜੈਕਟ ਨਹੀਂ। ਹੁਣ ਤੁਹਾਨੂੰ ਗਿਆਨ ਵੀ ਮਿਲਦਾ, ਯੋਗ ਵੀ ਕਰਦੇ, ਫਿਰ ਤੁਹਾਡਾ ਬੇਹੱਦ ਦੀ ਸ੍ਰਿਸ਼ਟੀ ਤੋਂ ਵੈਰਾਗ ਵੀ ਹੈ। ਗੀਤ ਹੈ, ਕਿसी ने अपना बना के मुझको मुस्कुराना सिखा दिया। ਓਮ ਸ਼ਾਂਤੀ। ਬੇਹੱਦ ਦਾ ਬਾਪ ਸਮਝਾਉਂਦੇ ਨੇ, ਸ਼ਾਸਤਰਾਂ ਦੀ ਪੜ੍ਹਾਈ ਉਹ ਕੋਈ ਪੜ੍ਹਾਈ ਨਹੀਂ, ਕਿਉਂਕਿ ਸ਼ਾਸਤਰਾਂ ਵਿੱਚ ਕੋਈ ਏਮ ਆਬਜੈਕਟ ਨਹੀਂ ਹੈ, ਲਕਸ਼ ਨਹੀਂ ਹੈ। ਸ਼ਾਸਤਰਾਂ ਤੋਂ ਕੋਈ ਦੁਨੀਆ ਦਾ ਪਤਾ ਨਹੀਂ ਲੱਗਦਾ। ਅਮਰੀਕਾ ਕਿੱਥੇ, ਕਿਸ ਨੇ ਲੱਭਿਆ, ਇਹ ਗੱਲ ਸ਼ਾਸਤਰਾਂ ਵਿੱਚ ਨਹੀਂ ਹੈ। ਕਹਿੰਦੇ ਨੇ ਫਲਾਣੇ ਨੇ ਲੱਭਿਆ, ਦੂਜੇ ਇਲਾਕੇ ਵਿੱਚ ਜਾ ਕੇ ਲੱਭਦੇ ਨੇ ਆਪਣੇ ਰਹਿਣ ਦੇ ਲਈ। ਦੇਖੋ, ਮਨੁੱਖ ਬਹੁਤ ਹੋ ਗਏ ਨੇ, ਰਹਿਣ ਦੇ ਲਈ ਜ਼ਮੀਨ ਤਾਂ ਚਾਹੀਦੀ ਹੈ ਨਾ। ਹੁਣ ਇਹ ਗੱਲਾਂ ਪੜ੍ਹਾਈ ਦੀਆਂ ਨੇ, ਇਸ ਨੂੰ ਐਜੂਕੇਸ਼ਨ ਕਿਹਾ ਜਾਂਦਾ ਹੈ। ਤੁਹਾਡਾ ਵੀ ਇਹ ਐਜੂਕੇਸ਼ਨ ਹੈ। ਇਸ ਨੂੰ ਆਸ਼ਰਮ ਕਹੀਏ, ਇੰਸਟੀਟਿਊਸ਼ਨ ਕਹੀਏ, ਯੂਨੀਵਰਸਿਟੀ ਕਹੀਏ, ਗੱਲ ਇੱਕ ਹੀ ਹੈ। ਉਸ ਵਿੱਚ ਸਭ ਆ ਜਾਂਦਾ ਹੈ। ਉਸ ਪੜ੍ਹਾਈ ਦੇ ਨਕਸ਼ੇ ਆਦਿ ਹੋਰ ਨੇ। ਸ਼ਾਸਤਰਾਂ ਤੋਂ ਰੋਸ਼ਨੀ ਨਹੀਂ ਮਿਲਦੀ, ਪੜ੍ਹਾਈ ਤੋਂ ਰੋਸ਼ਨੀ ਮਿਲਦੀ ਹੈ। ਤੁਹਾਡੀ ਵੀ ਇਹ ਪੜ੍ਹਾਈ ਹੈ। ਵੈਕੁੰਠ ਕਿਸ ਨੂੰ ਕਿਹਾ ਜਾਂਦਾ? ਨਾ ਉਸ ਪੜ੍ਹਾਈ ਵਿੱਚ, ਨਾ ਸ਼ਾਸਤਰਾਂ ਦੀ ਪੜ੍ਹਾਈ ਵਿੱਚ। ਇਹ ਨੌਲੇਜ ਨਵੀਂ ਹੈ ਜੋ ਇੱਕ ਬਾਪ ਹੀ ਦੱਸਦੇ ਨੇ। ਮਨੁੱਖ ਤਾਂ ਕਹਿ ਦਿੰਦੇ ਸਵਰਗ ਨਰਕ ਇੱਥੇ ਹੀ ਹੈ। ਬਾਪ ਸਮਝਾਉਂਦੇ ਨੇ ਸਵਰਗ ਤੇ ਨਰਕ ਕਿਸ ਨੂੰ ਕਿਹਾ ਜਾਂਦਾ ਹੈ। ਇਹ ਗੱਲਾਂ ਨਾ ਸ਼ਾਸਤਰਾਂ ਵਿੱਚ, ਨਾ ਉਸ ਐਜੂਕੇਸ਼ਨ ਵਿੱਚ। ਨਵੀਆਂ ਗੱਲਾਂ ਹੋਣ ਦੇ ਕਾਰਨ ਮਨੁੱਖ ਮੂਝਦੇ ਨੇ, ਕਹਿੰਦੇ ਨੇ ਅਜਿਹਾ ਗਿਆਨ ਕਦੇ ਸੁਣਿਆ ਹੀ ਨਹੀਂ। ਇਹ ਤਾਂ ਨਵੀਆਂ ਵੰਡਰਫੁਲ ਗੱਲਾਂ ਨੇ ਜੋ ਕਦੇ ਕਿਸੇ ਨੇ ਸੁਣਾਈਆਂ ਹੀ ਨਹੀਂ। ਹੈ ਵੀ ਬਰੋਬਰ ਨਵੀਆਂ ਗੱਲਾਂ। ਨਾ ਉਹ ਐਜੂਕੇਸ਼ਨ ਵਾਲੇ ਸੁਣਾ ਸਕਦੇ, ਨਾ ਸੰਨਿਆਸੀ ਸੁਣਾ ਸਕਦੇ। ਇਸ ਲਈ ਪਰਮ ਪਿਤਾ ਪਰਮਾਤਮਾ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਬੇਹੱਦ ਦੀ ਹਿਸਟਰੀ, ਜੋਗ੍ਰਾਫੀ ਆ ਕੇ ਸਮਝਾਉਂਦੇ ਨੇ। ਗਿਆਨ ਤੋਂ ਸਵਰਗ ਤੇ ਨਰਕ ਦਾ ਵਿਸਤਾਰ ਵੀ ਸੁਣਾਉਂਦੇ ਨੇ। ਇਹ ਨਵੀਆਂ ਗੱਲਾਂ ਨੇ। ਪੜ੍ਹਾਈ ਵਿੱਚ ਸਭ ਕੁਝ ਹੈ। ਗਿਆਨ ਵੀ ਹੈ, ਯੋਗ ਵੀ ਹੈ, ਪੜ੍ਹਾਈ ਵੀ ਹੈ, ਭਗਤੀ ਵੀ ਹੈ। ਯੋਗ ਨੂੰ ਭਗਤੀ ਕਹਿ ਸਕਦੇ ਹੋ। ਇੱਕ ਨਾਲ ਯੋਗ ਲਗਾਣਾ, ਉਸ ਨੂੰ ਯਾਦ ਕਰਨਾ ਹੁੰਦਾ ਹੈ। ਉਹ ਭਗਤ ਲੋਕ ਵੀ ਯਾਦ ਕਰਦੇ ਨੇ, ਪੂਜਾ ਕਰਦੇ ਨੇ, ਗੀਤ ਗਾਉਂਦੇ ਨੇ। ਉਹ ਭਗਤੀ ਕਰਨਾ ਕੋਈ ਯੋਗ ਨਹੀਂ ਕਹਿਣਗੇ। ਸਮਝੋ, ਜਿਵੇਂ ਮੀਰਾ ਸੀ, ਸ਼੍ਰੀ ਕ੍ਰਿਸ਼ਨ ਨਾਲ ਯੋਗ ਲਗਾਉਂਦੀ ਸੀ, ਉਸ ਨੂੰ ਯਾਦ ਕਰਦੀ ਸੀ, ਉਸ ਨੂੰ ਭਗਤੀ ਕਿਹਾ ਜਾਂਦਾ ਹੈ। ਉਹਨਾਂ ਦੀ ਬੁੱਧੀ ਵਿੱਚ ਕੋਈ ਏਮ ਆਬਜੈਕਟ ਨਹੀਂ ਸੀ। ਇਸ ਨੂੰ ਗਿਆਨ ਵੀ ਕਹਿੰਦੇ, ਭਗਤੀ ਵੀ ਕਹਿੰਦੇ। ਯੋਗ ਲਗਾਉਂਦੇ ਇੱਕ ਨੂੰ ਯਾਦ ਕਰਦੇ ਨੇ। ਸਾਜਯੁਗ ਵਿੱਚ ਭਗਤੀ ਨਹੀਂ ਹੁੰਦੀ, ਨਾ ਗਿਆਨ। ਸੰਗਮ ਤੇ ਗਿਆਨ ਤੇ ਭਗਤੀ ਦੋਵੇਂ ਚੱਲਦੇ ਨੇ। ਦੁਆਪਰ ਤੋਂ ਲੈ ਕੇ ਸਿਰਫ ਭਗਤੀ ਚੱਲਦੀ ਆਈ। ਕਿਸੇ ਨੂੰ ਯਾਦ ਕਰਨਾ, ਉਸ ਨੂੰ ਭਗਤੀ ਕਹਿੰਦੇ ਨੇ। ਇੱਥੇ ਗਿਆਨ ਵੀ ਹੈ, ਯੋਗ ਵੀ ਹੈ, ਭਗਤੀ ਵੀ ਹੈ। ਸਮਝ ਸਕਦੇ ਹੋ। ਇਹ ਸਿਰਫ ਭਗਤ ਤੱਤਵ ਤੋਂ ਯੋਗ ਲਗਾਉਂਦੇ, ਪਰ ਉਹਨਾਂ ਦਾ ਹੈ ਅਨੇਕਾਂ ਨਾਲ ਯੋਗ। ਉਸ ਲਈ ਉਹਨਾਂ ਨੂੰ ਭਗਤ ਕਹਿੰਦੇ। ਤੁਹਾਡਾ ਹੈ ਅਵਿਅਭਿਚਾਰੀ ਯੋਗ, ਜੋ ਖੁਦ ਗਿਆਨ ਸਾਗਰ ਬੈਠ ਕੇ ਪੜ੍ਹਾਉਂਦੇ ਨੇ। ਉਹਨਾਂ ਨਾਲ ਯੋਗ ਲਗਾਉਣਾ ਹੈ। ਉਹ ਆਤਮਾ ਨੂੰ ਨਹੀਂ ਜਾਣਦੇ, ਅਸੀਂ ਜਾਣਦੇ ਹਾਂ। ਪਰਮ ਪਿਤਾ ਪਰਮਾਤਮਾ ਨਾਲ ਬੁੱਧੀ ਯੋਗ ਲਗਾਉਣ ਨਾਲ ਅਸੀਂ ਉਹਨਾਂ ਕੋਲ ਚਲੇ ਜਾਵਾਂਗੇ। ਉਹ ਹਨੂਮਾਨ ਨੂੰ ਯਾਦ ਕਰਦੇ,
ਉਸ ਦਾ ਸਾਖਸ਼ਾਤਕਾਰ ਹੋ ਜਾਂਦਾ ਤਾਂ ਉਸ ਨੂੰ ਵਿਅਭਿਚਾਰੀ ਕਿਹਾ ਜਾਂਦਾ। ਇਹ ਹੈ ਅਵਿਅਭਿਚਾਰੀ ਯਾਦ। ਸਿਰਫ ਇੱਕ ਬਾਪ ਨੂੰ ਯਾਦ ਕਰਨਾ ਹੈ। ਇਸ ਵਿੱਚ ਗਿਆਨ, ਭਗਤੀ, ਵੈਰਾਗ ਸਭ ਇਕੱਠੇ ਨੇ। ਉਹ ਉਹਨਾਂ ਦਾ ਸਭ ਵੱਖ-ਵੱਖ ਹੈ। ਭਗਤੀ ਵੱਖ, ਗਿਆਨ ਵੀ ਸਿਰਫ ਸ਼ਾਸਤਰਾਂ ਦਾ, ਵੈਰਾਗ ਵੀ ਸਿਰਫ ਹੱਥ ਦਾ ਹੈ। ਇੱਥੇ ਬੇਹੱਦ ਦੀਆਂ ਗੱਲਾਂ ਨੇ। ਬੇਹੱਦ ਦਾ ਬਾਪ ਨੂੰ ਜਾਣਦੇ ਹੋ, ਉਸ ਨੂੰ ਹੀ ਯਾਦ ਕਰਦੇ ਹੋ। ਉਹ ਭਲੇ ਸ਼ਿਵ ਨੂੰ ਯਾਦ ਕਰਦੇ ਪਰ ਵਿਕਰਮ ਵਿਨਾਸ਼ ਨਹੀਂ ਹੋਣਗੇ, ਕਿਉਂਕਿ ਉਹਨਾਂ ਦੇ ਆਕੂਪੇਸ਼ਨ ਨੂੰ ਨਹੀਂ ਜਾਣਦੇ। ਕਾਸ਼ੀ ਕਲਵਟ ਖਾਂਦੇ ਨੇ, ਭੋਗਣਾ ਤਾਂ ਭੋਗਣੀ ਹੀ ਪੈਂਦੀ ਹੈ। ਕਾਸ਼ੀ ਕਲਵਟ ਖਾਣ ਨਾਲ ਉਹਨਾਂ ਦੇ ਵਿਕਰਮ ਵਿਨਾਸ਼ ਹੁੰਦੇ ਨੇ, ਪਰ ਐਵੇਂ ਨਹੀਂ ਕਿ ਤੁਹਾਡੇ ਮਾਫਿਕ ਆਹਿਸਤੇ ਆਹਿਸਤੇ ਕਰਮਾਤੀਤ ਬੰਦੇ ਨੇ। ਨਹੀਂ, ਉਹਨਾਂ ਦੇ ਵਿਕਰਮ ਦੀਆਂ ਸਜ਼ਾਵਾਂ ਖਾਂਦੇ ਖਾਂਦੇ ਖਤਮ ਹੁੰਦੀਆਂ ਨੇ, ਮਾਫ ਨਹੀਂ ਹੋ ਸਕਦੀਆਂ। ਇਹ ਪੜ੍ਹਾਈ ਵੀ ਹੈ, ਗਿਆਨ ਵੀ ਹੈ, ਯੋਗ ਵੀ ਹੈ। ਇਸ ਵਿੱਚ ਸਭ ਕੁਛ ਹੈ। ਸਿਖਾਉਣ ਵਾਲਾ ਹੈ ਇੱਕ ਬਾਪ। ਇਸ ਨੂੰ ਆਸ਼ਰਮ ਅਥਵਾ ਇੰਸਟੀਟਿਊਸ਼ਨ ਕਿਹਾ ਜਾ ਸਕਦਾ ਹੈ। ਲਿਖਿਆ ਹੋਇਆ ਬੜਾ ਚੰਗਾ ਹੈ, ਕੋਈ ਵੀ ਸਮਝਾ ਸਕਦੇ ਨੇ। ਬ੍ਰਹਮਾ ਕੁਮਾਰ ਤੁਸੀਂ ਵੀ ਹੋ, ਬਾਪ ਹੈ ਸਭ ਦਾ ਰਚਤਾ। ਉਹਨਾਂ ਨੇ ਪਹਿਲੇ ਸੁੱਖਮ ਵਤਨ ਰਚਿਆ। ਬ੍ਰਹਮਾ ਵਿਸ਼ਨੂੰ ਸ਼ੰਕਰ ਨੇ ਸੁੱਖਮ ਵਤਨ ਵਾਸੀ ਨਵੀਂ ਸ੍ਰਿਸ਼ਟੀ ਰਚਦੇ ਨੇ ਜ਼ਰੂਰ, ਪ੍ਰਜਾਪਿਤਾ ਬ੍ਰਹਮਾ ਚਾਹੀਦਾ ਹੈ ਨਾ। ਸੁੱਖਮ ਵਤਨ ਵਾਲਾ ਇੱਥੇ ਆ ਨਾ ਸਕੇ, ਉਹ ਹੈ ਸੰਪੂਰਨ ਅਵਿਅਕਤ। ਇੱਥੇ ਸਾਕਾਰ ਬ੍ਰਹਮਾ ਚਾਹੀਦਾ ਹੈ, ਉਹ ਕਿੱਥੋਂ ਆਵੇ? ਮਨੁੱਖ ਇਹਨਾਂ ਗੱਲਾਂ ਨੂੰ ਸਮਝ ਨਹੀਂ ਸਕਦੇ। ਚਿੱਤਰ ਤਾਂ ਹੈ ਨਾ, ਬ੍ਰਹਮਾ ਤੋਂ ਬ੍ਰਾਹਮਣ ਪੈਦਾ ਹੋਏ, ਪਰ ਬ੍ਰਾਹਮਣ ਆਏ ਕਿੱਥੋਂ? ਫਿਰ ਅਡੈਪਸ਼ਨ ਹੁੰਦੀ ਹੈ, ਗੋਦ ਲਿਆ ਜਾਂਦਾ ਹੈ। ਜਿਵੇਂ ਕੋਈ ਰਾਜਾ ਦਾ ਬੱਚਾ ਨਹੀਂ ਹੁੰਦਾ ਤਾਂ ਉਹ ਅਡੋਪਟ ਕਰਦੇ ਨੇ, ਗੋਦ ਲੈਂਦੇ ਨੇ। ਬਾਪ ਵੀ ਇਹਨਾਂ ਨੂੰ, ਬ੍ਰਹਮਾ ਨੂੰ ਅਡੋਪਟ ਕਰਦੇ ਨੇ। ਫਿਰ ਇਸਦਾ ਨਾਮ ਬਦਲ ਕੇ ਰੱਖਦੇ ਨੇ ਪ੍ਰਜਾਪਿਤਾ ਬ੍ਰਹਮਾ। ਉਹ ਉੱਪਰ ਵਾਲਾ ਹੇਠਾਂ ਆ ਨਾ ਸਕੇ, ਹੇਠਾਂ ਵਾਲੇ ਨੂੰ ਉੱਪਰ ਜਾਣਾ ਹੈ। ਉਹ ਹੈ ਅਵਿਅਕਤ, ਇਹ ਹੈ ਵਿਅਕਤ। ਇਸ ਰਹੱਸੇ ਨੂੰ ਚੰਗੀ ਤਰ੍ਹਾਂ ਸਮਝਣਾ ਹੈ, ਕਿਉਂਕਿ ਸਭ ਦਾ ਪ੍ਰਸ਼ਨ ਉੱਠਦਾ ਹੈ। ਕਹਿੰਦੇ ਨੇ ਦਾਦਾ ਨੂੰ ਕਦੇ ਬ੍ਰਹਮਾ, ਕਦੇ ਭਗਵਾਨ, ਕਦੇ ਸ਼੍ਰੀ ਕ੍ਰਿਸ਼ਨ ਕਹਿੰਦੇ ਹੋ, ਕਿਉਂ? ਹੁਣ ਇਹਨਾਂ ਨੂੰ ਭਗਵਾਨ ਨਹੀਂ ਕਿਹਾ ਜਾਂਦਾ, ਬਾਕੀ ਬ੍ਰਹਮਾ ਤੇ ਸ਼੍ਰੀ ਕ੍ਰਿਸ਼ਨ ਤਾਂ ਕਹਿ ਸਕਦੇ ਹਾਂ, ਕਿਉਂਕਿ ਸ਼੍ਰੀ ਕ੍ਰਿਸ਼ਨ ਹੀ ਸੁੰਦਰ ਤੋਂ ਸ਼ਾਮ ਬੰਦਾ ਹੈ। ਜਦੋਂ ਰਾਤ ਹੈ ਕਹਾਂਗੇ ਬ੍ਰਹਮਾ, ਜਦੋਂ ਦਿਨ ਹੈ ਕਹਾਂਗੇ ਸ਼੍ਰੀ ਕ੍ਰਿਸ਼ਨ। ਸ਼੍ਰੀ ਕ੍ਰਿਸ਼ਨ ਦੀ ਆਤਮਾ ਦਾ ਇਹ ਅੰਤਿਮ ਜਨਮ ਹੈ। ਸ਼੍ਰੀ ਕ੍ਰਿਸ਼ਨ ਹੈ ਆਦਿ ਦਾ ਜਨਮ। ਇਹ ਕਲੀਅਰ ਕਰਕੇ ਲਿਖਣਾ ਪਵੇ। 84 ਜਨਮ ਰਾਧੇ ਕ੍ਰਿਸ਼ਨ ਦੇ, ਲਕਸ਼ਮੀ ਨਾਰਾਇਣ ਦੇ ਦਸਵੇਂ ਪੈਨ। ਇੱਥੇ ਫਿਰ ਉਹਨਾਂ ਨੂੰ ਅਡੋਪਟ ਕਰਦੇ ਨੇ। ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ ਹੋ ਜਾਂਦੀ ਹੈ। ਉਹੀ ਫਿਰ ਸ਼੍ਰੀ ਲਕਸ਼ਮੀ ਨਾਰਾਇਣ ਦਾ ਦਿਨ ਤੇ ਰਾਤ। ਉਹਨਾਂ ਦੀ ਵੰਸ਼ਾਵਲੀ ਦਾ ਵੀ ਐਵੇਂ ਹੋਇਆ। ਤੁਸੀਂ ਹੁਣ ਬ੍ਰਾਹਮਣ ਕੁਲ ਦੇ ਹੋ, ਫਿਰ ਦੇਵਤਾ ਕੁਲ ਦੇ ਬਣੋਗੇ। ਬ੍ਰਹਮਾ ਕੁਮਾਰ ਕੁਮਾਰੀਆਂ ਦਾ ਵੀ ਦਿਨ ਤੇ ਰਾਤ ਹੋਇਆ ਨਾ। ਇਹ ਬੜੀਆਂ ਸਮਝਣ ਦੀਆਂ ਗੱਲਾਂ ਨੇ, ਚਿੱਤਰ ਵਿੱਚ ਕਲੀਅਰ ਹੈ। ਹੇਠਾਂ ਤਪੱਸਿਆ ਕਰ ਰਹੇ ਨੇ, ਅੰਤਿਮ ਜਨਮ ਹੈ। ਬ੍ਰਹਮਾ ਆਵੇ ਕਿੱਥੋਂ? ਕਿਸ ਨੇ ਪੈਦਾ ਕੀਤਾ? ਬ੍ਰਹਮਾ ਨੂੰ ਤਾਂ ਸ਼ਿਵ ਬਾਬਾ ਅਡੋਪਟ ਕਰਦੇ ਨੇ। ਜਿਵੇਂ ਰਾਜਾ ਅਡੋਪਟ ਕਰਦਾ, ਉਸ ਨੂੰ ਰਾਜਕੁਮਾਰ ਕਹਿੰਦੇ, ਟ੍ਰਾਂਸਫਰ ਕਰ ਦਿੰਦੇ, ਪ੍ਰਿੰਸ ਆਫ ਫਲਾਨਾ। ਪਹਿਲੇ ਪ੍ਰਿੰਸ ਨਹੀਂ ਹੁੰਦਾ, ਰਾਜਾ ਨੇ ਅਡੋਪਟ ਕੀਤਾ ਤਾਂ ਨਾਮ ਪੈ ਗਿਆ ਪ੍ਰਿੰਸ। ਇਹ ਰਸਮ ਰਿਵਾਜ ਚਲਦੀ ਆਈ ਹੈ। ਬੱਚਿਆਂ ਨੂੰ ਇਹ ਬੁੱਧੀ ਵਿੱਚ ਆਉਣਾ ਚਾਹੀਦਾ ਹੈ, ਦੁਨੀਆ ਨਹੀਂ ਜਾਣਦੀ ਬਾਪ ਕਿਵੇਂ ਪੁਰਾਣੀ ਦੁਨੀਆ ਦਾ ਵਿਨਾਸ਼ ਕਰ ਨਵੀਂ ਦੁਨੀਆ ਦੀ ਸਥਾਪਨਾ ਕਰਦੇ ਨੇ। ਇਹ ਰੋਸ਼ਨੀ ਤੁਸੀਂ ਬੱਚਿਆਂ ਨੂੰ ਆਈ ਹੈ। ਤੁਹਾਡੇ ਵਿੱਚ ਵੀ ਨੰਬਰਵਾਰ ਨੇ। ਅੱਗੇ ਚੱਲ ਕੇ ਛੋਟੀ ਛੋਟੀ ਬੱਚੀਆਂ ਬੜੀਆਂ ਤੀਖੀਆਂ ਹੁੰਦੀਆਂ ਜਾਣਗੀਆਂ, ਕਿਉਂਕਿ ਕੁਮਾਰੀਆਂ ਨੇ ਨਾ। ਲਿਖਿਆ ਹੋਇਆ ਹੈ ਕੁਮਾਰੀਆਂ ਦੁਆਰਾ ਬਾਣ ਮਰਵਾਏ। ਕੁਮਾਰੀਆਂ ਦਾ ਚਮਤਕਾਰ ਨੰਬਰ 1 ਵਿੱਚ ਗਾਇਆ ਹੋਇਆ ਹੈ। ਮੰਮਾ ਵੀ ਕੁਮਾਰੀ ਹੈ, ਸਭ ਤੋਂ ਤੀਖੀ ਗਈ। ਕਿਹਾ ਜਾਂਦਾ ਡਾਟਰ ਸ਼ੋਜ਼ ਮਦਰ। ਮਾਂ ਦਾ ਸ਼ੋਅ ਕਰਦੀ ਹੈ ਉਸ ਦੀ ਬੇਟੀ। ਮਦਰ ਤਾਂ ਨਹੀਂ ਬੈਠ ਕੋਈ ਨਾਲ ਗੱਲ ਕਰੇਗੀ ਨਾ। ਇਹ ਮਾਂ ਹੋ ਗਈ ਗੁਪਤ, ਬ੍ਰਹਮਾ ਮਾਂ ਹੋ ਗਈ ਗੁਪਤ। ਉਹ ਮੰਮਾ ਹੈ ਪ੍ਰਤੱਖ। ਤੁਸੀਂ ਸ਼ਕਤੀਆਂ ਬੱਚਿਆਂ ਦਾ ਕੰਮ ਹੈ ਮਾਂ ਦਾ ਸ਼ੋਅ ਕਰਨਾ। ਬਹੁਤ ਚੰਗੀ ਚੰਗੀ ਬੱਚੀਆਂ ਨੇ ਜਿਨ੍ਹਾਂ ਦਾ ਪੁਰਸ਼ਾਰਥ ਚੰਗਾ ਚੱਲਦਾ ਹੈ। ਕੌਰਵ ਸੰਪਰਦਾਇ ਵਿੱਚ ਕਿਹਨਾਂ ਦੇ ਮੁੱਖ ਨਾਮ ਨੇ ਜੋ ਮਹਾਰਥੀ ਨੇ?
ਇੱਥੇ ਵੀ ਮਹਾਰਥੀਆਂ ਦਾ ਨਾਮ ਹੈ। ਸਭ ਤੋਂ ਵੱਡਾ ਹੈ ਸ਼ਿਵ ਬਾਬਾ, ਉੱਚੇ ਤੇ ਉੱਚਾ ਭਗਵਾਨ। ਉਹਨਾਂ ਦਾ ਥਾਂ ਵੀ, ਰਹਿਣ ਦਾ ਸਥਾਨ ਵੀ ਉੱਚਾ ਹੈ। ਵਾਸਤਵ ਵਿੱਚ ਸਾਡਾ ਵੀ ਰਹਿਣ ਦਾ ਸਥਾਨ, ਅਸੀਂ ਆਤਮਾਵਾਂ ਦਾ ਵੀ ਉੱਚੇ ਤੇ ਉੱਚਾ ਹੈ। ਮਨੁੱਖ ਤਾਂ ਸਿਰਫ ਮਹਿਮਾ ਕਰਦੇ, ਜਾਣਦੇ ਕੁਝ ਨਹੀਂ। ਅਸੀਂ ਆਤਮਾ ਅਸਲ ਵਿੱਚ ਉੱਥੋਂ ਦੀਆਂ ਰਹਿਣ ਵਾਲੀਆਂ ਹਾਂ, ਪਰ ਸਾਨੂੰ ਜਨਮ ਮਰਨ ਵਿੱਚ ਆ ਕੇ ਪਾਠ ਵਜਾਣਾ ਹੈ। ਉਹ ਜਨਮ ਮਰਨ ਵਿੱਚ ਨਹੀਂ ਆਉਂਦੇ। ਪਾਠ ਉਹਨਾਂ ਦਾ ਵੀ ਹੈ, ਪਰ ਕਿਵੇਂ, ਇਹ ਤੁਸੀਂ ਜਾਣਦੇ ਹੋ। ਹੁਣ ਤੁਸੀਂ ਬੱਚੇ ਜਾਣਦੇ ਹੋ, ਇਹ ਸ਼ਿਵ ਬਾਬਾ ਦਾ ਰੱਥ ਹੈ। ਅਸ਼ਵ ਘੋੜਾ ਵੀ ਹੈ, ਬਾਕੀ ਉਹ ਘੋੜਾ ਗੱਡੀ ਨਹੀਂ। ਇਹ ਜੋ ਭੁੱਲੇ ਹੋਏ ਨੇ, ਇਹ ਡਰਾਮਾ ਵਿੱਚ ਨੂੰਦ ਹੈ। ਅੱਧਾ ਕਲਪ ਅਸੀਂ ਵੀ ਭੁੱਲ ਵਿੱਚ ਭਟਕਦੇ ਭਟਕਦੇ ਇੱਕਦਮ ਭਟਕ ਜਾਂਦੇ ਹਾਂ। ਹੁਣ ਰੋਸ਼ਨੀ ਮਿਲੀ ਹੈ, ਬਹੁਤ ਖਬਰਦਾਰ ਹੋ ਗਏ ਹਾਂ। ਜਾਣਦੇ ਹਾਂ ਪੁਰਾਣੀ ਦੁਨੀਆ ਖਤਮ ਹੋਣੀ ਹੈ, ਸਾਨੂੰ ਨਸ਼ਟੋ ਮੋਹਾ ਬਣਨਾ ਹੈ। ਕਮਲ ਫੁੱਲ ਸਮਾਨ ਗ੍ਰਸਤ ਵਿਵਹਾਰ ਵਿੱਚ ਰਹਿੰਦੇ ਨਸ਼ਟੋ ਮੋਹਾ ਬਣਨ ਦਾ ਪੁਰਸ਼ਾਰਥ ਕਰਨਾ ਹੈ। ਤੋੜ ਸਭ ਤੋਂ ਨਿਭਾਣੀ ਹੈ, ਨਾਲ ਵੀ ਰਹਿਣਾ ਹੈ। ਇਹ ਪੱਠੀ ਬੰਨੀ ਸੀ ਜਿਵੇਂ ਕੱਲ੍ਹ ਪਹਿਲੇ ਬਣੀ ਸੀ। ਹੁਣ ਵੀ ਕਹਿੰਦੇ ਨੇ ਗ੍ਰਸਤ ਵਿਵਹਾਰ ਵਿੱਚ ਰਹਿ ਮਿਹਨਤ ਕਰਨੀ ਹੈ। ਇੱਥੇ ਘਰ-ਬਾਰ ਛੱਡਣ ਦੀ ਗੱਲ ਨਹੀਂ। ਅਸੀਂ ਘਰ ਵਿੱਚ ਹੀ ਬੈਠੇ ਹਾਂ ਨਾ। ਕਿੰਨੇ ਬੱਚੇ ਨੇ, ਲੌਕਿਕ ਵਿੱਚ ਸੀ ਨਾ, ਛੋੜਿਆ ਕੁਝ ਵੀ ਨਹੀਂ। ਸੰਨਿਆਸੀ ਤਾਂ ਜੰਗਲ ਵਿੱਚ ਚਲੇ ਜਾਂਦੇ, ਅਸੀਂ ਤਾਂ ਸ਼ਹਿਰ ਵਿੱਚ ਬੈਠੇ ਹਾਂ। ਉਸ ਨਾਲ ਤੋੜ ਨਿਭਾਣਾ ਹੈ। ਬਾਪ ਦੀ ਰਚਨਾ ਹੈ, ਬਾਪ ਕਮਾ ਕੇ ਬੱਚੇ ਨੂੰ ਵਰਸਾ ਦਿੰਦੇ। ਪਹਿਲੇ ਤਾਂ ਵਰਸਾ ਦਿੰਦੇ ਨੇ ਕੰਮ ਵਿਕਾਰ ਦਾ, ਫਿਰ ਉਹਨਾਂ ਤੋਂ ਛੁਡਾ ਕੇ ਨਿਰਵਿਕਾਰੀ ਬਣਾਉਣਾ ਬਾਪ ਦਾ ਹੀ ਕੰਮ ਹੈ। ਲੌਕਿਕ ਬਾਪ ਵਰਸਾ ਦਿੰਦੇ ਕਾਮ ਵਿਕਾਰ ਦਾ, ਪਤਿਤ ਬਣਨ ਦਾ। ਸ਼ਿਵ ਬਾਬਾ ਉਹਨਾਂ ਤੋਂ ਛੁਡਾ ਕੇ ਨਿਰਵਿਕਾਰੀ ਬਣਾਉਂਦੇ ਨੇ। ਐਵੇਂ ਵੀ ਹੁੰਦਾ ਹੈ ਕਿ ਕਿੱਥੇ ਬੱਚੇ ਮਾਂ-ਬਾਪ ਨੂੰ ਗਿਆਨ ਦਿੰਦੇ ਨੇ ਤੇ ਕਿੱਥੇ ਬਾਪ ਬੱਚਿਆਂ ਨੂੰ ਗਿਆਨ ਦਿੰਦੇ ਨੇ। ਇਹ ਹੈ ਹੀ ਰਾਜਯੋਗ, ਉਹ ਹੈ ਹਠ ਯੋਗ। ਆਤਮਾ ਨੂੰ ਨੌਲੇਜ ਮਿਲਦੀ ਹੈ ਪਰਮ ਪਿਤਾ ਪਰਮਾਤਮਾ ਤੋਂ। ਮੈਂ ਬ੍ਰਹਮਾ ਰਾਜਾਵਾਂ ਦਾ ਰਾਜਾ ਸੀ, ਹੁਣ ਰੰਕ ਬਣਿਆ ਹਾਂ। ਰੰਕ ਤੋਂ ਰਾਵ ਰਾਜਾ ਗਾਇਆ ਹੋਇਆ ਹੈ, ਬੱਚੇ ਜਾਣਦੇ ਨਹੀਂ। ਅਸੀਂ ਜੋ ਸੂਰਜ ਵੰਸ਼ੀ ਸੀ, ਹੁਣ ਸ਼ੂਦਰ ਵੰਸ਼ੀ ਬਣੇ ਹਾਂ। ਇਹ ਵੀ ਸਮਝਾਉਣਾ ਪੈਂਦਾ ਹੈ। ਨਰਕ ਸਵਰਗ ਵੱਖ-ਵੱਖ ਹੈ, ਮਨੁੱਖ ਇਹ ਨਹੀਂ ਜਾਣਦੇ। ਤੁਹਾਡੇ ਵਿੱਚ ਵੀ ਕਿੰਨੇ ਬੱਚੇ ਕੁਝ ਨਹੀਂ ਜਾਣਦੇ, ਕਿਉਂਕਿ ਤਕਦੀਰ ਵਿੱਚ ਨਹੀਂ। ਪੁਰਸ਼ਾਰਥ ਕੀ ਕਰਨਗੇ? ਕਿਨਾਂ ਦੀ ਤਕਦੀਰ ਵਿੱਚ ਕੁਝ ਨਹੀਂ, ਕਿਨਾਂ ਦੀ ਤਕਦੀਰ ਵਿੱਚ ਸਭ ਕੁਝ ਹੈ। ਤਕਦੀਰ ਪੁਰਸ਼ਾਰਥ ਕਰਾਂਦੀ ਹੈ, ਤਕਦੀਰ ਨਹੀਂ ਤਾਂ ਪੁਰਸ਼ਾਰਥ ਕੀ ਕਰਨਗੇ? ਇੱਕ ਹੀ ਸਕੂਲ ਹੈ, ਚੱਲਦਾ ਰਹਿੰਦਾ ਹੈ। ਕਈ ਬੱਚੇ ਅੱਧੇ ਵਿੱਚ ਗਿਰ ਜਾਂਦੇ, ਕੋਈ ਚੱਲਦੇ ਚੱਲਦੇ ਮਰ ਜਾਂਦੇ। ਜਨਮ ਲੈਣਾ ਮਰਨਾ ਬਹੁਤ ਹੁੰਦਾ ਹੈ। ਇਹ ਨੌਲੇਜ ਕਿੰਨੀ ਵੰਡਰਫੁਲ ਹੈ। ਨੌਲੇਜ ਤਾਂ ਬੜੀ ਸਹਿਜ ਹੈ, ਬਾਕੀ ਕਰਮਾਤੀਤ ਅਵਸਥਾ ਨੂੰ ਪਾਣਾ, ਇਸ ਵਿੱਚ ਸਾਰੀ ਮਿਹਨਤ ਹੈ। ਜਦੋਂ ਵੀ ਕਰਮ ਵਿਨਾਸ਼ ਹੋਣ ਤਾਂ ਹੀ ਤਾਂ ਉੜ ਸਕੀਏ। ਧਿਆਨ ਤੋਂ ਗਿਆਨ ਸ੍ਰੇਸ਼ਟ ਹੈ। ਧਿਆਨ ਵਿੱਚ ਮਾਇਆ ਦੇ ਵਿਘਨ ਬਹੁਤ ਪੈਂਦੇ ਨੇ, ਇਸ ਲਈ ਧਿਆਨ ਤੋਂ ਗਿਆਨ ਚੰਗਾ ਹੈ। ਐਵੇਂ ਨਹੀਂ ਯੋਗ ਤੋਂ ਗਿਆਨ ਚੰਗਾ ਹੈ, ਧਿਆਨ ਦੇ ਲਈ ਕਿਹਾ ਜਾਂਦਾ। ਧਿਆਨ ਵਿੱਚ ਜਾਣ ਵਾਲੇ ਅੱਜ ਹੈ ਨਹੀਂ। ਯੋਗ ਵਿੱਚ ਕਮਾਈ ਹੁੰਦੀ ਹੈ, ਵਿਕਰਮ ਵਿਨਾਸ਼ ਹੁੰਦੇ ਨੇ। ਧਿਆਨ ਵਿੱਚ ਕੋਈ ਕਮਾਈ ਨਹੀਂ, ਯੋਗ ਤੇ ਗਿਆਨ ਵਿੱਚ ਕਮਾਈ ਹੈ। ਗਿਆਨ ਯੋਗ ਬਿਗਰ ਹੈਲਦੀ ਵੈਲਦੀ ਬਣ ਨਹੀਂ ਸਕਦੇ। ਫਿਰ ਇਹ ਘੁੰਮਣ ਫਿਰਨ ਦੀ ਤਾਂ ਆਦਤ ਪੈ ਜਾਂਦੀ ਹੈ, ਇਹ ਵੀ ਠੀਕ ਨਹੀਂ। ਧਿਆਨ ਬਹੁਤ ਨੁਕਸਾਨ ਕਰਦਾ ਹੈ, ਗਿਆਨ ਤਾਂ 1 ਸੈਕਿੰਡ ਦਾ ਹੈ, ਯੋਗ ਕੋਈ ਸੈਕਿੰਡ ਦਾ ਨਹੀਂ ਹੈ। ਜਿੱਥੇ ਜੀਣਾ ਹੈ ਉੱਥੇ ਯੋਗ ਲਗਾਉਂਦੇ ਰਹਿਣਾ ਹੈ। ਗਿਆਨ ਤਾਂ ਬੜਾ ਸਹਿਜ ਹੈ, ਬਾਕੀ ਐਵਰ ਹੈਲਦੀ ਨਿਰੋਗੀ ਬਣਨਾ, ਇਸ ਵਿੱਚ ਮਿਹਨਤ ਹੈ। ਸਵੇਰੇ ਉੱਠ ਕੇ ਯਾਦ ਵਿੱਚ ਬੈਠਣੇ 'ਚ ਵਿਘਨ ਬਹੁਤ ਪੈਂਦੇ ਨੇ, ਪੁਆਇੰਟਸ ਨਿਕਾਲਦੇ ਨੇ, ਬੁੱਧੀ ਕਿੱਥੇ ਤੇ ਕਿੱਥੇ ਚਲੀ ਜਾਂਦੀ ਹੈ। ਸਭ ਤੋਂ ਜ਼ਿਆਦਾ ਤੂਫਾਨ ਪਹਿਲੇ ਨੰਬਰ ਵਾਲਿਆਂ ਨੂੰ ਆਉਣਗੇ ਨਾ, ਸ਼ਿਵ ਬਾਬਾ ਨੂੰ ਨਹੀਂ ਆ ਸਕਦੇ। ਬਾਬਾ ਹਮੇਸ਼ਾ ਸਮਝਾਉਂਦੇ ਰਹਿੰਦੇ, ਤੂਫਾਨ ਤਾਂ ਬਹੁਤ ਆਉਣਗੇ। ਜਿੰਨਾ ਯਾਦ ਵਿੱਚ ਰਹਿਣ ਦੀ ਕੋਸ਼ਿਸ਼ ਕਰੋਗੇ, ਉਹਨੇ ਤੂਫਾਨ ਬਹੁਤ ਆਉਣਗੇ। ਉਸ ਤੋਂ ਡਰਨਾ ਨਹੀਂ, ਯਾਦ ਵਿੱਚ ਰਹਿਣਾ ਹੈ, ਸਥਿਰ ਹੋਣਾ ਹੈ। ਤੂਫਾਨ ਕਿਸੇ ਨੂੰ ਹਿਲਾ ਨਾ ਸਕਣ, ਇਹ ਅੰਤ ਦੀ ਅਵਸਥਾ ਹੈ। ਇਹ ਹੈ ਰੂਹਾਨੀ ਰੇਸ। ਸ਼ਿਵ ਬਾਬਾ ਨੂੰ ਯਾਦ ਕਰਦੇ ਰਹੋ। ਇਹ ਹੈ ਸਮਝਣ ਦੀ, ਧਾਰਨ ਕਰਨ ਦੀਆਂ ਗੱਲਾਂ। ਧਨ ਦਾਨ ਨਹੀਂ ਕਰੋਗੇ ਤਾਂ ਧਾਰਨਾ ਵੀ ਨਹੀਂ ਹੋਏਗੀ। ਪੁਰਸ਼ਾਰਥ ਕਰਨਾ ਚਾਹੀਦਾ ਹੈ। 2 ਬਾਪ ਦੀ ਪੁਆਇੰਟ ਕਿਸੇ ਨੂੰ ਸਮਝਾਣਾ ਬੜਾ ਈਜ਼ੀ ਹੈ। ਇਹ ਤੁਸੀਂ ਹੀ ਜਾਣਦੇ ਹੋ। ਬਾਬਾ 21 ਜਨਮਾਂ ਦਾ ਵਰਸਾ ਦਿੰਦੇ ਹੈ।
ਤੁਸੀਂ ਕਹੋਗੇ ਨਾ ਲక్ష్ਮੀ ਨਾਰਾਇਣ ਨੂੰ ਬਾਪ ਤੋਂ 21 ਜਨਮਾਂ ਦਾ ਵਰਸਾ ਮਿਲਿਆ, ਬਾਬਾ ਨੇ ਉਹਨੂੰ ਰਾਜਯੋਗ ਸਿਖਾਇਆ। ਕੋਈ ਮੂੰਹ ਤੋਂ ਕਹਿ ਨਾ ਸਕੇ ਉਹਨਾਂ ਨੂੰ ਭਗਵਾਨ ਨੇ ਵਰਸਾ ਦਿੱਤਾ। ਦੁਨੀਆ ਵਿੱਚ ਕੋਈ ਕਿਸ ਗੱਲ ਵਿੱਚ, ਕੋਈ ਕਿਸ ਗੱਲ ਵਿੱਚ ਖੁਸ਼ ਰਹਿੰਦੇ। ਤੁਸੀਂ ਜਿਸ ਗੱਲ ਵਿੱਚ ਖੁਸ਼ ਹੁੰਦੇ ਹੋ ਉਸ ਨੂੰ ਕੋਈ ਨਹੀਂ ਜਾਣਦਾ। ਮਨੁੱਖ ਤਾਂ ਅਲਪਕਾਨ ਸ਼ਨ ਭੰਗੁਰ ਦੇ ਲਈ ਖੁਸ਼ੀਆਂ ਮਨਾਉਂਦੇ। ਤੁਸੀਂ ਹੋ ਸੱਚੇ ਬ੍ਰਾਹਮਣ ਕੁਲਭੂਸ਼ਣ, ਜੋ ਯੋਗੀ ਤੇ ਗਿਆਨੀ ਹੋ। ਤੁਹਾਡੇ ਸਤੀ ਇੰਦਰੀਏ ਸੁੱਖ ਦੀ ਖੁਸ਼ੀ ਨੂੰ ਕੋਈ ਜਾਣ ਨਹੀਂ ਸਕਦੇ। ਉਹ ਤਾਂ ਕੀ ਮੱਥਾ ਮਾਰਦੇ ਰਹਿੰਦੇ ਨੇ। ਮੂਨ ਤੇ ਚੰਦਰਮਾ ਤੇ ਜਾਣ ਦਾ ਵੀ ਪੁਰਸ਼ਾਰਥ ਕਰਦੇ। ਬਹੁਤ ਡਿਫੀਕਲਟ ਮਿਹਨਤ ਕਰਦੇ ਨੇ। ਉਹਨਾਂ ਸਭ ਦੀ ਮਿਹਨਤ ਬਰਬਾਦ ਹੋ ਜਾਣੀ ਹੈ। ਤੁਸੀਂ ਬਿਨਾਂ ਕੋਈ ਤਕਲੀਫ ਦੇ ਅਜਿਹੀ ਜਗ੍ਹਾ ਜਾਣ ਦਾ ਪੁਰਸ਼ਾਰਥ ਕਰਦੇ ਹੋ ਜਿੱਥੇ ਹੋਰ ਕੋਈ ਜਾ ਨਹੀਂ ਸਕਦਾ। ਇੱਕਦਮ ਉੱਚੇ ਤੇ ਉੱਚੇ ਪਰਮ ਧਾਮ ਵਿੱਚ ਜਾਂਦੇ ਹੋ। ਅੱਛਾ ਮਿੱਠੇ ਮਿੱਠੇ ਸਿੱਕਿਲਾ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ ਗ੍ਰਸਤ ਵਿਵਹਾਰ ਵਿੱਚ ਰਹਿੰਦੇ ਨਸ਼ਟੋ ਮੋਗਾ ਬਣਨਾ ਹੈ। ਨਾਲ ਨਾਲ ਸਭ ਤੋਂ ਤੋੜ ਨਿਭਾਉਂਦੇ ਕਮਲ ਫੁੱਲ ਸਮਾਨ ਰਹਿਣਾ ਹੈ। ਦੂਜਾ, ਧਾਰਨਾ ਕਰਨ ਦੇ ਲਈ ਗਿਆਨ ਧਨ ਦਾ ਦਾਨ ਜ਼ਰੂਰ ਕਰਨਾ ਹੈ। ਗਿਆਨ ਯੋਗ ਤੋਂ ਆਪਣੀ ਕਮਾਈ ਜਮ੍ਹਾਂ ਕਰਨੀ ਹੈ। ਬਾਕੀ ਧਿਆਨ ਦੀਦਾਰ ਦੀ ਆਸ਼ ਨਹੀਂ ਰੱਖਣੀ ਹੈ। ਵਰਦਾਨ ਹੈ ਸੰਤੁਸ਼ਟਤਾ ਦੇ ਸਰਟੀਫਿਕੇਟ ਦੁਆਰਾ ਭਵਿੱਖ ਰਾਜ ਬਾਗ ਦਾ ਤਖਤ ਪ੍ਰਾਪਤ ਕਰਨ ਵਾਲੇ ਸੰਤੁਸ਼ਟ ਮੂਰਤੀ ਭਵ। ਸੰਤੁਸ਼ਟਤਾ ਦੇ ਸਰਟੀਫਿਕੇਟ ਦੁਆਰਾ ਭਵਿੱਖ ਰਾਜ ਬਾਗ ਦਾ ਤਖਤ ਪ੍ਰਾਪਤ ਕਰਨ ਵਾਲੇ ਸੰਤੁਸ਼ਟ ਮੂਰਤੀ ਭਵ। ਸੰਤੁਸ਼ਟ ਰਹਿਣਾ, ਸਭ ਨੂੰ ਸੰਤੁਸ਼ਟ ਕਰਨਾ, ਇਹ ਸਲੋਗਨ ਸਦਾ ਆਪਣੇ ਮੱਥੇ ਤੇ ਬੋਰਡ ਤੇ ਲਿਖਿਆ ਹੋਇਆ ਹੋਵੇ, ਕਿਉਂਕਿ ਇਸ ਸਰਟੀਫਿਕੇਟ ਵਾਲੇ ਭਵਿੱਖ ਵਿੱਚ ਰਾਜ ਬਾਗ ਦਾ ਸਰਟੀਫਿਕੇਟ ਲੈਣਗੇ। ਰੋਜ਼ ਅੰਮ੍ਰਿਤ ਵੇਲੇ ਇਸ ਸਲੋਗਨ ਨੂੰ ਸਮ੍ਰਿਤੀ ਵਿੱਚ ਲਿਆਓ। ਜਿਵੇਂ ਬੋਰਡ ਤੇ ਸਲੋਗਨ ਲਿਖਦੇ ਹੋ, ਐਵੇਂ ਸਦਾ ਆਪਣੇ ਮਸਤਕ ਦੀ ਬੋਰਡ ਤੇ ਸਲੋਗਨ ਦੌੜਾਓ, ਤਾਂ ਸਾਰੇ ਸੰਤੁਸ਼ਟ ਮੂਰਤੀਆਂ ਹੋ ਜਾਓਗੇ। ਜੋ ਸੰਤੁਸ਼ਟ ਨੇ ਉਹ ਸਦਾ ਪ੍ਰਸੰਨ ਨੇ। ਸਲੋਗਨ ਹੈ ਆਪਸ ਇਸ ਨੇ ਸੰਤੁਸ਼ਟਤਾ ਸੰਪੰਨ ਵਿਵਹਾਰ ਕਰਨ ਵਾਲੇ ਹੀ ਸਫਲਤਾ ਮੂਰਤ ਬਣਦੇ ਨੇ। ਆਪਸ ਵਿੱਚ ਸਨੇਹ ਸੰਤੁਸ਼ਟਤਾ ਸੰਪੰਨ ਵਿਵਹਾਰ ਕਰਨ ਵਾਲੇ ਹੀ ਸੰਤੁਸ਼ਟ ਸਫਲਤਾ ਮੂਰਤ ਬਣਦੇ ਨੇ। ਅੱਛਾ, ਓਮ ਸ਼ਾਂਤੀ।